ਸਤਨਾਮ। ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨ ਹੋ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਕਬੀਰ ਸੰਗਤ ਸਾਧ ਕੀ, ਅੰਤ ਕਰੈ ਨਿਰਵਾਹੋ। ਸਾਖਤ ਸੰਗ ਨਾ ਕੀਜੀਐ, ਜਾਤੇ ਹੋਏ ਬਨਾਹੋ। ਅੱਖੀ ਘਟਾ ਮੁਹ ਵਿੱਚ ਡਟਾ, ਬੋਲ ਨ ਸਕੇ ਬਿਟ ਬਿਟ ਤੱਕੇ। ਬੋਲੇ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਧੱਕੇ। ਸਦਕਾ ਬਾਬੇ ਨਾਨਕ ਦਾ, ਮਾਰਿਆ ਹਰ ਰਾਏ ਦਾ। ਸਗਲ ਦੁਆਰ ਕੋ ਸਾਧ ਕੈ, ਗਹਿਓ ਤੁਹਾਰੋ ਦੁਆਰ। ਵਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਪਰਮ ਸਨਮਾਨ ਤੇ ਸਤਿਕਾਰਯੋਗ ਸਾਹਿਬੇ ਕਮਾਲ, ਹਾਜ਼ਰਾ ਹਜ਼ੂਰ ਜਹਰਾ ਜਹੂਰ, ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ। ਕਲਯੁਗ ਦੇ ਅਵਤਾਰ ਸ਼ਬਦ ਗੁਰੂ, ਦੀਨ ਬੰਧੂ ਭਗਤ ਵਸ਼ਲ ਕਰਨਾ ਨਿਧਾਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਾਰੇ ਹੀ ਰਲ ਮਿਲ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਹਾਂ। ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਕਰ ਰਹੇ ਹਾਂ। ਆਓ ਸਭ ਸੰਗਤਾਂ ਨੂੰ ਸਭ ਤੋਂ ਪਹਿਲਾਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ। 1705 ਈਸਵੀ ਦੇ ਵਿੱਚ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਪਰ ਸਵਾਇਮਾਨ ਕੀਤਾ ਸੀ ਔਰ ਖਾਲਸੇ ਪੰਥ ਨੂੰ ਹੁਕਮ ਕੀਤਾ ਸੀ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ,
ग्रंथ। गुरु ग्रंथ जी मान्यो प्रगट गुरां की दे, और हुक्म कीता जो प्रभ को मिल बो चाहे, खोज शब्द में ले। अज ओ दिन है 3 नवंबर 2024 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਅੱਜ ਜਿੱਥੋਂ ਤੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਨੇ, ਸਭ ਆਪਣੀ ਆਪਣੀ ਸਰਧਾ ਮੁਤਾਬਕ ਮਨਾ ਰਹੇ ਨੇ। ਔਰ ਹਜ਼ੂਰ ਸਾਹਿਬ ਦੀ ਧਰਤੀ ਤੇ ਅੱਜ ਬਹੁਤ ਭਾਰੀ ਇਕੱਠ ਹੈ। ਸੰਗਤਾਂ ਦਾ ਜੋੜ ਮੇਲਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦਿਵਸ ਨੂੰ ਮੁੱਖ ਰੱਖਦਿਆਂ। ਇਸ ਕਰਕੇ ਆਪਾਂ ਵੀ ਗੁਰੂ ਜੀ ਦੀ ਹਜ਼ੂਰੀ ਵਿੱਚ ਰੋਜ਼ ਜੁੜਦੇ ਹਾਂ ਤੇ ਕੁਝ ਸਮਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੇ ਇਤਿਹਾਸ ਵੱਲ ਝਾਤ ਪਾਈਏ, ਨਜ਼ਰ ਮਾਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਕਿਵੇਂ ਗੁਰਤਾ ਗੱਦੀ ਤੇ ਸਵਾਇਮਾਨ ਕਰਦੇ ਨੇ। ਥੋੜੇ ਸਮੇਂ ਵਿੱਚ ਬਹੁਤੀਆਂ ਗੱਲਾਂ ਬੋਲਣ ਦਾ ਯਤਨ ਕਰਾਂ। ਜਗਤ ਜਲੰਦੇ ਨੂੰ ਤਾਰਨ ਦੇ ਲਈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰੂ ਜੀ ਬਾਣੀ ਵਿੱਚ ਉਪਦੇਸ਼ ਕਰਦੇ ਨੇ, ਧੁਰ ਕੀ ਬਾਣੀ ਆਈ, ਇਹ ਧੁਰ ਦਰਗਾਹੋਂ ਆਪਣੀ ਬਾਣੀ ਭੇਜੀ। ਔਰ ਇਹ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਹੀ ਸੰਸਾਰ ਵਿੱਚ ਆ ਚੁੱਕੀ ਸੀ। ਜਿਹੜੀ ਭਗਤਾਂ ਦੀ ਬਾਣੀ ਹੈ, ਇੱਕ ਭਗਤ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਮਿਲਿਆ ਹੈ, ਜਿਹਦਾ ਨਾਮ ਹੈ ਭਗਤ ਰਵਿਦਾਸ। ਭਗਤ ਰਵਿਦਾਸ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਨੇ। ਬਾਕੀ ਦੇ ਭਗਤ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਸੰਸਾਰ ਵਿੱਚੋਂ ਸਰੀਰਕ ਚੋਲਾ ਛੱਡ ਗਏ ਸਨ, ਪਰ ਉਹਨਾਂ ਦੇ ਅਸਥਾਨਾਂ ਤੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਭਗਤਾਂ ਦੀ ਬਾਣੀ ਆਪ ਇਕੱਤਰ ਕੀਤੀ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਇੱਕ ਝੋਲਾ ਹੁੰਦਾ ਸੀ, ਮੋਢੇ 'ਚ ਪਾਇਆ। ਉਸ ਝੋਲੇ ਦੇ ਵਿੱਚ ਬਾਣੀ ਵਾਲੀ ਪੋਥੀ ਸੀ, ਜਿਹਨੂੰ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਾਰਤਾ ਦੇ ਮੁਤਾਬਕ ਸਿੱਧਾਂ ਨੇ ਵੀ ਸਵਾਲ ਕੀਤਾ ਸੀ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਸਿੱਧਾਂ ਨੇ ਗੁਰੂ ਨਾਨਕ ਨੂੰ ਆਖਿਆ ਸੀ, ਬਾਬਾ ਜਿਹੜੀ ਤੇਰੇ ਕੋਲੇ ਕਿਤਾਬ ਹੈ, ਇਹ ਕਿਤਾਬ ਨੂੰ ਖੋਲ ਕੇ ਦੱਸ, ਤੇਰੀ ਕਿਤਾਬ ਕੀ ਆਖਦੀ ਹੈ, ਹਿੰਦੂ ਵੱਡਾ ਹੈ ਜਾਂ ਮੁਸਲਮਾਨ ਵੱਡਾ ਹੈ। ਬਾਬੇ ਨੇ ਆਖਿਆ ਸੀ, ਬਾਬਾ ਆਖੈ ਹਾਜੀਆਂ ਸ਼ੁਭ ਅਮਲਾ ਵਾਜੋ ਦੋਨੋਂ ਰੋਈ। ਇਹ ਗੱਲ ਵੱਖਰੀ ਹੈ ਵੀ ਗੁਰੂ ਨਾਨਕ ਨੇ ਆਖਿਆ ਵੀ ਚੰਗੇ ਕਰਮਾਂ ਤੋਂ ਬਿਨਾਂ ਦੋਨੋਂ ਹੀ ਮਾੜੇ ਨੇ। ਜੇ ਸ਼ੁਭ ਕਰਮ ਨਹੀਂ ਕਰਨੇ ਫਿਰ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਸਭ ਮਾੜੇ। ਇੱਥੇ ਜਿਹੜਾ ਮਨੁੱਖ ਸ਼ੁਭ ਕਰਮ ਕਰਦਾ ਹੈ ਉਹੋ ਹੀ ਚੰਗਾ ਇਨਸਾਨ ਹੈ। ਜਾਨੀ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਕਿਤਾਬ ਸੀ, ਉਹ ਪੋਥੀ ਸੀ ਬਾਣੀ ਵਾਲੀ। ਇਹ ਹਵਾਲਾ ਭਾਈ ਗੁਰਦਾਸ ਜੀ ਵੀ ਦਿੰਦੇ ਨੇ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਕਿਤੇ ਰੱਬੀ ਸ਼ਬਦ ਉਤਰਦਾ, ਭਾਈ ਮਰਦਾਨੇ ਨੂੰ ਆਖਦੇ, ਮਰਦਾਨਿਆ ਰਵਾਬ ਚੁੱਕ ਬਾਣੀ ਆਈ ਹੈ। ਜਿੱਥੇ ਕਿਤੇ ਰੱਬੀ ਸ਼ਬਦ ਆਉਂਦਾ, ਪ੍ਰਮਾਤਮਾ ਦੀ ਬਾਣੀ ਆਉਂਦੀ, ਗੁਰੂ ਨਾਨਕ ਦੇਵ ਮਹਾਰਾਜ ਉਸ ਸ਼ਬਦ ਨੂੰ, ਬਾਣੀ ਨੂੰ ਗਾਉਂਦੇ ਔਰ ਫਿਰ ਆਪਣੀ ਪੋਥੀ ਵਿੱਚ ਲਿਖ ਲੈਂਦੇ ਸੀ। ਤੇ ਜਿੱਥੇ ਜਿੱਥੇ ਭਗਤਾਂ ਦੇ ਡੇਰਿਆਂ ਵਿੱਚ ਗਏ, ਉਹਨਾਂ ਦੇ ਅਸਥਾਨਾਂ ਤੇ ਜਾ ਕੇ ਬਾਣੀ ਉਹਨਾਂ ਭਗਤਾਂ ਦੀ ਇਕੱਤਰ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਪੋਥੀ ਵਿੱਚ। ਜਾਨੀ ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਦੁਨੀਆ ਨੂੰ ਸੁਧਾਰਨ ਦੇ ਲਈ, ਸਿੱਧੇ ਰਾਹੇ ਪਾਉਣ ਦੇ ਲਈ ਇਹ ਬਾਣੀ ਸੰਸਾਰ ਵਿੱਚ ਭੇਜਣੀ ਸ਼ੁਰੂ ਕੀਤੀ। ਧੁਰ ਕੀ ਬਾਣੀ ਆਈ। ਔਰ 10 ਪਾਤਸ਼ਾਹੀਆਂ ਹੋਈਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ। 10 ਪਾਤਸ਼ਾਹੀਆਂ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਲੋਕਾਂ ਨੂੰ ਸੁਧਾਰ ਕੇ ਐਸ ਬਾਣੀ ਦਾ ਨਿਰਵਾਣ ਕੀਤਾ। ਔਰ ਵਿਚਕਾਰ ਪੰਚਮ ਪਾਤਸ਼ਾਹ ਨੇ ਸਾਰੀ ਬਾਣੀ ਇਕੱਠੀ ਕਰਕੇ ਇੱਕ ਬੀੜ ਬੰਨੀ, ਜਿਹਦਾ ਨਾਮ ਰੱਖਿਆ ਗਿਆ ਬੀੜ ਸਾਹਿਬ। ਔਰ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ,
हरमंदर साहिब दे विच इस बाणी का प्रकाश होया, जो कि निरंतर अज तक जारी है। उस तो बाद समा लंघदा गया, कलगीधर पातशाह महाराज का समा आया। 10 पातशाहियां ने अपना समा ला के 250 साल का समा करीबन बनता संसार में लाया। 230 साल तकरीबन संसारिक जिंदगी शरीरक तौर पर 10 पातशाहियां ने भोगी, और 250 साल के समय विच इस मनुख नूं सुधार के सही करके इनू रूप दे दिता खालसे का। और कलगीधर पातशाह महाराज ने आख्या कि आग्या भाई अकाल की, हे भाई मैनू परमात्मा की अकाल की आग्या सी, हुक्म सी, तबे चलायो पंथ, मैं उदों ही ये पंथ की साधना की है। तां एक खालसा, खालसा कहते ने सुध नूं, फिर मैं एक शुद्ध इंसान पैदा किया 250 साल का समा ला के गुरु नानक दी जोत ने। जदों मनुख नूं शुद्ध कर दिता, साफ सुथरा पैदा कर दिता, फिर कलगीधर पातशाह ने आख्या भी भाई अज तो बाद देह रूप विच गुरु की लोड़ नहीं पएगी, क्योंकि जिहड़ा काम करन दे लई परमात्मा ने भेजिया सी, ड्यूटी लाई सी, वो कारज पूरा हो चुका। मैं कल भी बेनती की सी, अवतारी पुरुष आए पर उन्हां अवतारां ने जो काम दुनिया विच करना सी वो कर ना सके। फिर अनक कला लै ठाकुर चढ़िया, फिर गुरु नानक दे रूप विच परमात्मा ने अनेका कला अपनियां ताकतां, और कलगीधर पातशाह ने तो यह भी लिखिया, कहंदे परमात्मा ने मैनू अपना पुत्र बना के दुनिया च भेजिया। हुण सोचण वाली गल है भी जिहड़ी जायदाद प्यो दी है उही पुत दी हुंदी है ना। ते जे परमात्मा ने कलगीधर नूं पुत्र बना के भेजिया, तो फिर जिहड़ियां कला जिहड़ी ताकत परमात्मा विच है उही कला कलगीधर विच है, उही खेड कलगीधर विच है। इस करके कलगीधर पातशाह ने साफ सुथरा इंसान बना के हुण देख लिया कि दुनिया दे विच देहधारी गुरु की लोड़ नहीं है। जो करन वास्ते आया सी वो कारज मेरा पूरा हो चुका है, तबे चलायो पंथ। हुण पंथ एक चल चुके, बन चुके, खालसा शुद्ध इंसान बन चुके है। ते हुण लोड़ है शब्द गुरु की, क्योंकि शब्द के नाल इंसान नूं शुद्ध कीता सी गुरु नानक साहब जी तो लैके इस धुरकी बाणी दे नाल दुनिया के मनुखों का सुधार किया सी। इस करके कलगीधर पातशाह आखन लगे हुण शब्द की लोड़ है, हुण देह की लोड़ नहीं। फिर उत्थे गुरु जी ने आख्या कि सब सिखण को हुक्म है, गुरु मान्यो ग्रंथ भाई। अज तो बाद पंथ चल चुका है, और परमात्मा के भाने विच शरीरक गुरु की लोड़ नहीं, हुण गुरु के शब्द की लोड़ है। सब सिखण को हुक्म कर दिता भी अज तो बाद गुरु केवल ते केवल गुरु ग्रंथ साहिब जी नूं मनना है, और गुरता गद्दी ते बिठा के 5 पैसे नरेल रख के कलगीधर पातशाह महाराज ने आप श्री गुरु ग्रंथ साहिब महाराज नूं नमस्कार की, और बचन किते, गुरु ग्रंथ जी मान्यो प्रगट गुरा की दे। हे भाई गुरु ग्रंथ साहिब जी के शब्द नूं इउं मनना जिवें देही की पूजा करते हैं, जिवें देही का हुक्म मनते सी उसे तरह तुसीं गुरु ग्रंथ साहिब महाराज का हुक्म मनना है। ते फिर तरीका दसिया कि हुक्म मुख वाक लैना किदां है। ये सारियां गल्लां समझा के भाई दया सिंह जी पुछदे ने, महाराज जे असीं तुहाडे दर्शन करने होण तां किवें करांगे? तां आवाज़ां वाले कहंदे ने, भाई 5 सिख तैयार बरतियार हो के जिहड़े नितनेमी होण, तैयार बरतियार हो के अरदास बेनती करियो, उन्हां दे विचों तुहानूं मेरा चेहरा नजर आवेगा। महाराज जे समा इदां दा होवे 5 सिख इकट्ठे ना होण, ना सिंह मिलन 5, फिर महाराज कहंदे 2 एक सिख 2 साध संग, फिर कहंदे 2 सिख इकट्ठे हो जाओ। सतगुरु जे 2 भी ना मिलन तां फिर सतगुरु कहंदे सिखा फिर तू अपना चेहरा शीशे विच वेखी, तेनू शीशे विचों मेरा चेहरा नजर आवेगा। ओ साहिब
मैं उसका चेहरा, ये बचन कीते तेरे विचों मेरे चेहरे दे नजर आया करेगा, तेनू सीसा वेख्या करे। महाराज जे किते सीसा भी ना होवे, सवाल करते ने जे सीसा भी ना होवे फिर की करिए? फिर बचन कीते सिखा इयों करी, गुरु ग्रंथ साहिब महाराज के चरणों में जाके अरदास बेनती करी। फिर इस गुरु शब्द दे विचों तेनू मेरा चेहरा नजर आवेगा। ये बचन कीते कलगीधर पातशाह ने नंदेड़ की धरती ते। जो प्रभ को मिल बोच है खोज शब्द मैं ले। सिखा फिर गुरु दे शब्द की खोज करी, फिर तेनू मेरा चेहरा नजर आवेगा। सब सिखण को हुक्म है गुरु मान्यो ग्रंथ, गुरु ग्रंथ जी मान्यो प्रगट गुरा की दे। प्रगट दे ही करके जानियो गुरु ग्रंथ साहिब जी नू, तुहानू मैं उहदे विचों नजर आवांगा। वो गल वखरी है भी असी दुनिया दे लोग उस गल तो मुनकर हो गए। गुरु ग्रंथ साहिब महाराज जी नू जिवें मनना चाहिदा सी उवें नहीं मन रहे। केवल गुरु जी नू नमस्कारा मत्थे टेकण दा जोग बना लिया, घर की सुख शांति मंगण दा साधन बना लिया। ये साडी सोच बन गई। पर असल विच जिन्नी देर तक बापू मंजी ते बैठा है ना, उन्नी देर तक वो घर का बजुर्ग है ते सारियां नालों सियाणा है साडे नालों। ते गुरु ग्रंथ साहिब महाराज जी मंजी साहब ते रोज बहते ने, अपने पलंगे ते रोज आराम करते ने। ते सच्चे रखियो ये सब तो पुराना बापू है। ते जिवें अपने घर दे बुजुर्ग की देखभाल करीदी है, उवें जिवें इस बापू की हर रोज देखभाल होनी लाजमी है। जिवें प्यो की गल सुनते हैं, एवें जिवें सतगुरु ग्रंथ साहिब महाराज जी की गल भी सुननी लाजमी बनती है। इस गल नूं हर सिख हर मनुख चेते विच रखे, ये जरूरी है साडे लई। ते जे घर दे बुजुर्ग घरे बैठे ने, असीं उन्हां दी गलबात ही ना सुणीए, ध्यान ही ना दईए उन्हां वल, ते फिर बापू कहण दा मतलब भी नहीं रह जांदा। फिर बापू प्यो कहण दा हक भी नहीं है तैनूं। ते जे कहना भी मैं गुरु दा सिख हां, गुरु वाला, गुरु नूं नमस्कार करदा, फिर गुरु दी गल भी सुनिया कर, गुरु दे कोल भी बैठिया कर, कुछ हाल चाल पुछिया कर। महाराज नूं भी कुछ वस्तुआं दी लोड़ है। ते कलगीधर पातशाह महाराज ने आख्या सी प्रगट गुरां दी दे करके मनना है। गुरु ग्रंथ जी मान्यो प्रगट गुरां की दे, जो प्रभ को मिल बोच है खोज शब्द मैं ले भाई। गुरु दे शब्द की खोजना करो, तुहानू मैं मिलांगा, तुहानू अकाल पुरख वाहिगुरु दे घर विच थां मिलेगी, वो परमात्मा दे दीदार होणगे। फिर महाराज ने यह भी उत्थे वचन कीते ने, वाहिगुरु नाम जहाज है चढ़े सो तरे पार। तुहानू एक जहाज दे चलिया। गुरु ग्रंथ साहिब महाराज की बाणी वाहिगुरु का नाम है, परमात्मा का नाम है। वाहिगुरु शब्द वखरा है, वाहिगुरु कला तो गुरमंत्र है, पर गुरु जी कहते वाहिगुरु नाम, वाहिगुरु का नाम भाव बाणी ये जहाज है। जेड़ा इस जहाज विच चढ़ेगा सो उतरे पार, कहते उहदा बेड़ा पार हो जाएगा, वह भवजल विचों पार हो जाएगा। जो सरदा कर सेव दे, पर शर्त यह नाल रख दी भी सरदा होनी जरूरी है, भावना होनी जरूरी है। देखो देख फॉर्मेट ही नहीं करनी भी फलाने पिंड वाले यात्रा ते गए ने असीं भी यात्रा ते जाइए। लोग हजूर साहब की धरती ते जाते ने, मैं हैरान रह गया, मैं भी गया सी। असीं गए कलगीधर पातशाह महाराज के स्थानां दे दर्शन करने वास्ते हाँ, नतमस्तक होने वास्ते हाँ, पर उत्थे जाके आ खरीद लो, आ खरीद लो, आ खरीद लो। लोग उथों नशे का व्यापार करके लैके आउंदे ने। समझ रहे होवोगे मेरी गल। कहंदे जी उधर सस्ती बड़ी है। फिर सरदा कित्थे रह गई ते दर्शन दीदारे कित्थे रह गए। महाराज ने बाणी विच इस गल का पहला जिक्र किया, पढ़ के जाया करो। महाराज कहंदे नहावन चले तीर्थी मन खोटे तन चोर। ये गुरु ग्रंथ साहिब महाराज कहंदे ने। तू तीर्थ ते इशनान करने वास्ते चले हैं, गुरु दे गुरधामां दे दीदार करन चले हैं, ते जाना की है, करदा की है,
मन विच खोट लैके जाना है, मन विच सरदा है नहीं, भावना है नहीं, सोचना भी उत्थे आ चीज़ सस्ती है, उत्थों आ लैके आवांगे। चीज़ लैके आउणी है, वैसे चला जा, कदे ट्रक ते बस ते, किहड़ा किसी ने रोकिया? तू यात्रा नूं क्यों बदनाम करदा है, गुरधामां नूं क्यों बदनाम करदा है? जाना ही उत्थों चीज़ लैके ही आउणी है, वैसे चला जा, कोई नहीं रोकदा। जे तू घर दे विच वस्तुआं चाहुंदा है, कुछ खाण पीण दा आदी है, तां लै आ जा। पर महाराज सानू समझाउंदे ने, भाई मन खोटे तन चोर। तन दे नाल उत्थों सस्तियां चीज़ां चोरी चुरा के लैके आउंदा है। समझ रहे हो मेरी गल नूं? इस करके गुरु जी ने सानू हर पक्ष तो रोकिया। कहण लगे गुरु ग्रंथ साहिब महाराज जी अगे जदों भी नतमस्तक होवोगे, जो सरदा कर सेव दे, ये शर्त रखी कलगीधर पातशाह महाराज ने देश की धरती ते, गुर पार उतारन हार। जे तुहाडे विच सरदा होवेगी तां शब्द गुरु तुहाडा बेड़ा पार करेगा, तुसी कदे डुबोगे नहीं। ते अज तो बाद मेरा हुक्म है भी देह नूं गुरु नहीं मनना, केवल ते केवल गुरु ग्रंथ साहिब महाराज नूं गद्दी नसीन करके कलगीधर पातशाह ने फिर आखिर दे लफ्ज आखे, भाई मैं हुण पंज भूत कचोला शरीर त्याग देना है, संसार विचों चले जाना है। ते संगतां व्याकुल होण लगियां, सतगुरु तुसीं जाण लगे हो, गुरु ग्रंथ साहिब महाराज नूं गुरता गद्दी दे चले हो, पर जो कारज तुसीं कीता वो कौन करेगा? ते फिर उस वेले कलगीधर पातशाह ने खालसे पंथ वाल उंगल करके आखिया सी कि जेड़ा पंथ परमात्मा दी अकाल दी आग्या नाल दुनिया विच चलिया है, आग्या भई अकाल की तबै चलायो पंथ। जेड़ा पंथ परमात्मा दी आग्या नाल पैदा होया है, अज तो बाद जदों भी संसार विच खालसे ते कोई संसार ते भीड़ पैगी तां खालसा पंथ इकट्ठा होके फैसला लिया करेगा। ये कलगीधर पातशाह महाराज ने आख्या सी कि अज तो बाद गुरु ग्रंथ साहिब जी की अगवाई पंज प्यारे सिंह साहिबान करया करनगे। इसे करके अज वो मर्यादा कायम है, काल तख्त ते पंज जथेदार हुंदे ने, पंज प्यारे। किते भी अमृत छकाउणा है, कोई भी गलबात हुंदी है तां पंज प्यारे इकत्र होकर पंथ दे फैसले लैंदे ने। ये कलगीधर पातशाह महाराज ने हुक्म कीते सन। अज तो बाद मेरी थां ते खालसा अगवाई करेगा, पंज प्यारे अगवाई करनगे। इस करके जो परमात्मा ने मैनू करन वास्ते दुनिया च घल्लिया सी, मैं अपना कारज अपना काम करके चलिया ते हुण मैं संसार विचों जाना है, मेरे आखिरी सवास बाकी ने। खालसे पंथ नूं फतेह बुला के कलगीधर पातशाह महाराज उस कोठड़ी विच वड़दे ने जिथे अजकल हरमंदर साहिब आपां जाने आ। वो कोठड़ी उस वेले कोठड़ी सी एक, और अंदर जान लगे वचन करते ने, भाई मेरा आ जिहड़ी कोठड़ी है, मेरे जान तो बाद किसी ने एदा दरवाजा नहीं खोलना, ये चेते रखियो। वचन कीते जे किसी ने दरवाजा खोलिया तां ओदी कुल दा नाश हो जाएगा, ओदी अंश वंश दुनिया विचों खत्म हो जाएगी। इस करके ये दरवाजा नहीं किसी ने भी खोलना। भाई दया सिंह भी उत्थे विच खड़े ने, सारे सिख खड़े ने। कलगीधर पातशाह महाराज के बचनों को सत करके जान के कह लगे, सत बचन महाराज, किसी ने उस कोठड़ी का मुड़ के दरवाजा नहीं खोलिया। सतगुरु अंदर ही चादर लैके अपने सवासा नूं त्याग गए, उन्हों की देह ही उत्थे ही समाप्त हुई। मिट्टी दे विच पंज पुतक तत्त सी, जिहड़े तत्तां दे विच तत्त रले। समा गुजरिया, मैं 2 मिनट इत्थे भी विचार करा। समा गुजरिया, समा लंघदा गया, महाराजा रणजीत सिंह का खालसा राज आया। राज भाग इन्ना कायम किया कि 40 साल राज किया महाराजा रणजीत सिंह ने। आ परसों की खबर तुसीं सुनी होनी, अमेरिका ने इस गल का ऐलान कर दिता है, परसों ये सिद्ध हो गया इस गल नूं कि महाराजा रणजीत सिंह वर्गा खालसा राज दुनिया ते कोई नहीं कर सकता। इको एक राजा दुनिया दे विचों जिहड़ा राजा अपनी प्रजा का सेवादार बन के काम करता सी, उहदे राज वर्गा कोई राज नहीं हो सकता। ये परसों फैसला होया है यूएनए की कमेटी वालों।
ਇਹ शायद उपरलियां गल्लां ने, मैं ये गल ना भी बोला तां चंगी गल है, बस केवल समझाउण वास्ते गल कीती है, क्योंकि ये साडे लई बहुत माण वाली गल है। ਇਹੋ ਜਿਹਾ ਰਾਜ ਸੀ ਸਿੱਖ ਦਾ ਜਦੋਂ ਖਾਲਸਾ ਰਾਜ ਆਇਆ। 40 ਸਾਲ ਰਾਜ ਚੱਲਿਆ ਸਿੱਖ ਦਾ, ਤੇ ਦੁਨੀਆ ਦੇ ਵਿੱਚ ਐਸਾ ਕੋਈ ਬੰਦਾ ਨਹੀਂ ਸੀ ਹਿੰਦੁਸਤਾਨ 'ਚ ਜਿਹੜਾ ਦੁਖੀ ਹੋਵੇ ਕਿਸੇ ਰਾਜੇ ਤੋਂ। ਹਰ ਇੱਕ ਘਰ ਦੇ ਵਿੱਚ ਅਨਾਜ ਪਹੁੰਚਦਾ ਸੀ। ਮਹਾਰਾਜਾ ਰਣਜੀਤ ਸਿੰਘ ਆਪ ਮੋਢੇ ਤੇ ਚੁੱਕ ਚੁੱਕ ਲੋਕਾਂ ਦੇ ਘਰ ਅਨਾਜ ਪਹੁੰਚਾਉਂਦੇ ਰਹੇ ਨੇ। ਇਹ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਦਾ। ਖੈਰ, ਦਰਿਆ ਦਿਲੀ ਸੀ। महाराजा रणजीत सिंह नूं इस गल का पता लग्या भी बाजा वाले ने बचन कीते ने कि मेरी ये जिहड़ी कोठड़ी है ये किसी ने दरवाजा भी नहीं खोलना, जे कोई दरवाजा खोलेगा तो उसदी कुल दा नाश हो जाएगा, अंस बंस खत्म हो जाएगी। जदों उन्होंने ये पता लग्या तो फिर कोठड़ी दे अगे जाके खलो के गल विच पल्ला पा के कलगीधर पातशाह नूं याद करके बेनती की, पातशाह तेरे वचन ने भी ओदी कुल नाश हो जाएगी, अंस बंस खत्म हो जाएगी। बाजा बालिया तू अपना एक भी पुत संसार विच नहीं रखिया, 22 जी तेरे परिवार दे आ सिख कौम दे तू लेखे ला चलिया। जे तेरी कुल नाश हो सकती है तो फिर दाता तेरे बचना ते मैं पहरा देंगा, तेरी कोठड़ी खोलांगा, तेरे दीदार करांगा, रोज सेवा करांगा। जे मेरी कुल नाश होंदी है तो फिर हो जाण दे। ये महाराजा रणजीत सिंह ने ताकत विखाई सी। नहीं तो हर एक बंदा चाहता भी मेरा दुनिया च ना चले, मेरी अंस बस मेरी कुल वधे। रोज अरदासां करदे ना, पुत्त होवे साडे घर, दोहता होवे साडे घर, अपनी कुल नूं वधाउण दी अरदासां करदे आ। ते महाराजा रणजीत सिंह ने कुल खत्म दी अरदास कीती सी। बाजा वालिया तेरे वचन मेरे सिर मथे, मेरी अंस बस खत्म होंदी है हो जाए, पर तेरी कोठड़ी खोल के तेरे दीदार जरूर करांगा। फिर अरदास बेनती करके उन्हें कोठरी का दरवाजा खोलिया। ते चेते रखियो अज महाराजा रणजीत सिंह का दुनिया में कोई पुत पोता नहीं, ओदी कोई अंश वंश नहीं, ओदी कुल का नाश होया। ये कलगीधर पातशाह महाराज के वचन सन। जिवें डोगरियां ने विच पै के खालसा राज नूं खत्म किया, बहुत लंबे चौड़े इतिहास ने, बड़ा कुछ होया उस वेले। सियासतां मुड़ तो लैके चलदियां आईयां ने, सियासतां कर करके सिख राज नूं खत्म किया। और फिर राज खत्म करने दे लई इन्हां दे परिवार नूं मारना जरूरी सी। फिर कल्ले कल्ले जी नूं पाड़ पाड़ के मारिया, खत्म किया गया महाराजा रणजीत सिंह दे। खैर रहो विचार, कलगीधर पातशाह महाराज दा अंगीठा साहिब अज आपां सचखंड हजूर साहिब जाके अंगीठा साहिब दे दर्शन करते हैं ना, जिथे प्रकाश है अकाल तख्त साहब अंगीठा साहब, ते इह ओही कोठड़ी सी जिथे कलगीधर पातशाह महाराज ने शरीरक पंज भूतिक तत्तां नूं छड्डिया सी। ते गुरु ग्रंथ साहिब महाराज जी नूं नवंबर 3 1705 दे विच कलगीधर पातशाह महाराज गुरता गद्दी दे के गए सन। अज गुरु ग्रंथ साहिब महाराज जी का गुरता गद्दी दिवस है। इस करके ये विचारा आपां ने गुरु ग्रंथ साहिब महाराज जी के इतिहास दियां साझियां कीतियां। गुरु साहब जी नूं और संगत नूं गुरता गद्दी दिवस की लख लख वधाई। आओ सारे रल मिल के कुछ समा अज दे शब्द की विचार करिए। समा भावें थोड़ा है पर फिर भी यतन करांगे कि संखेप शब्दों विच गुरु जी के शब्द की विचार, क्योंकि सतगुरु जी ने सानू खोज शब्द में लेह की बात की है। इस करके शब्द की विचार करना साडा सबना का फर्ज बनता है। एकाग्रता बनाई रखो, प्यार नाल आखो जी सतनाम श्री वाहिगुरू। वाहिगुरु जी सोरठ महला पंजवा। अज दे हुक्मनामा साहिब 621 अंग ते सोरठ राग विच पंचम पातशाह गुरु अर्जन देव महाराज जी फरमान करते हैं, गुरपुरै कृपा तारी प्रभ पूरी लोच हमारी। शब्द की पहली ही पंक्ति अंदर उचारण करते हैं, गुरपुरै कृपा तारी। उस पूरे गुरु ने मेरे उत्ते कृपा की है। प्रभ पूरी लोच हमारी, उस प्रभु ने मेरी लोचना, मेरी आशा, मेरी इच्छा पूरी की है। गुरु अर्जन देव महाराज जी समझाते हैं, ऐ मनुख
ਉਹ ਜਿਹੜਾ ਪ੍ਰਮਾਤਮਾ ਹੈ ਪੂਰਾ ਗੁਰੂ, ਉਹ ਇਸਾਵਾਂ ਪੂਰੀਆਂ ਕਰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦਾ ਹੈ, ਦਿਆਲਤਾ ਕਰਦਾ ਹੈ। ਜੋ ਤੂੰ ਚਾਹੁੰਦਾ ਉਹ ਤੇਰੀਆਂ ਇਸਾਵਾਂ ਪੂਰੀਆਂ ਕਰ ਦਿੰਦਾ ਹੈ, ਤੇ ਪੂਰੀਆਂ ਕਰਨ ਵਾਲਾ ਹੈ, ਕਿਉਂਕਿ ਉਹਨੇ ਮੇਰੀਆਂ ਵੀ ਇਸਾਵਾਂ ਪੂਰੀਆਂ ਕੀਤੀਆਂ ਹਨ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਕਰ ਇਸ਼ਨਾਨ, ਹੁਣ ਇਸ਼ਨਾਨ ਕਾਹਦਾ ਕਰਨਾ ਹੈ? ਮਨ ਦਾ ਇਸ਼ਨਾਨ ਕਰਾਉਣਾ ਹੈ ਬਾਣੀ ਦੇ ਨਾਲ, ਸ਼ਬਦ ਦੇ ਨਾਲ। ਆਪਣੇ ਮਨ ਵਿੱਚ ਆਸਾ ਰੱਖਣੀ ਹੈ, हे ਵਾਹਿਗੁਰੂ ਤੇਰਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾਏ। ਜੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਗਿਆ ਤਾਂ ਸਮਝੋ ਮਨ ਦਾ ਇਸ਼ਨਾਨ ਹੋ ਗਿਆ। ਜਿਵੇਂ ਪਾਣੀ ਦੇ ਨਾਲ ਸਰੀਰ ਦਾ ਇਸ਼ਨਾਨ ਤੇ ਬਾਣੀ ਦੇ ਨਾਲ ਮਨ ਦਾ ਇਸ਼ਨਾਨ। ਗੁਰੂ ਦਾ ਸ਼ਬਦ ਸੁਣੋ, ਭਾਵੇਂ ਪੜੋ, ਕਥਾ ਕੀਰਤਨ ਸੁਣੋ, ਪੜੋ, ਗੱਲ ਸਾਰੀ ਇੱਕੋ ਹੀ ਹੈ। ਭਾਵ ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ। ਆਪਾਂ ਕਹਿੰਦੇ ਫਲਾਣੇ ਬੰਦੇ ਦੀ ਬੋਲ ਬਾਣੀ, ਬੋਲ ਨੇ ਪ੍ਰਮਾਤਮਾ ਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੋਲ ਨੇ ਪ੍ਰਮਾਤਮਾ ਦੇ। ਭਾਵੇਂ ਉਹਨੂੰ ਬਾਣੀ ਕਹਿ ਲਓ, ਭਾਵੇਂ ਬੋਲ ਕਹਿ ਲਓ, ਭਾਵੇਂ ਉਹਨੂੰ ਕਥਨ ਕਹਿ ਲਓ, ਕਥਲਾ ਕਹਿ ਲਓ, ਅਰਥ ਸਾਰਿਆਂ ਦਾ ਇੱਕੋ ਹੀ ਬਣਨਾ ਹੈ। ਇਸ ਕਰਕੇ ਭਾਵੇਂ ਕੋਈ ਬਾਣੀ ਪੜ੍ਹਦਾ ਹੈ, ਭਾਵੇਂ ਕੋਈ ਸੁਣਦਾ ਹੈ, ਭਾਵੇਂ ਕੋਈ ਕਥਾ ਕੀਰਤਨ ਕਰਦਾ ਹੈ, ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਰੂਪ ਵਿੱਚ ਪਰਮਾਤਮਾ ਦੇ ਸ਼ਬਦ ਨੂੰ, ਪਰਮਾਤਮਾ ਦੀਆਂ ਬੋਲੀਆਂ ਨੂੰ ਅੰਦਰ ਲੈ ਕੇ ਜਾਈਏ। ਜਦੋਂ ਅੰਦਰ ਜਾਣਗੇ ਤਾਂ ਸਮਝੋ ਉਸ ਵੇਲੇ ਸਾਡਾ ਮਨ ਇਸ਼ਨਾਨ ਕਰ ਰਿਹਾ ਹੈ। ਕਰ ਇਸ਼ਨਾਨ ਗ੍ਰਹਿ ਆਏ, ਜਦੋਂ ਮਨ ਇਸ਼ਨਾਨ ਕਰਕੇ ਘਰ ਆਵੇਗਾ ਗੁਰੂ ਦਰ ਤੋਂ, ਕਹਿੰਦੇ ਫਿਰ ਆਨੰਦ ਮੰਗਲ ਸੁਖ ਪਾਏ। ਫਿਰ ਆਨੰਦ ਹੀ ਆਨੰਦ, ਮੰਗਲ ਦਾ ਭਾਵ ਹੁੰਦਾ ਖੁਸ਼ੀਆਂ ਹੀ ਖੁਸ਼ੀਆਂ, ਔਰ ਸੁਖ ਪਾਏ ਕਹਿੰਦੇ ਫਿਰ ਤੈਨੂੰ ਖੁਸ਼ੀਆਂ ਮਿਲਣਗੀਆਂ, ਸੁਖ ਮਿਲੇਗਾ, ਆਨੰਦ ਹੀ ਆਨੰਦ ਪ੍ਰਾਪਤ ਹੋਵੇਗਾ। ਭਾਵ ਹੁਣ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠੇ ਆ, ਜਦੋਂ ਇਸ਼ਨਾਨ ਕਰਕੇ ਘਰ ਜਾਵਾਂਗੇ ਫਿਰ ਸਾਰਾ ਦਿਨ ਆਨੰਦ ਵਿੱਚ ਬਤੀਤ ਹੋਵੇਗਾ। ਫਿਰ ਸਾਨੂੰ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ, ਸੁਖ ਹੀ ਸੁਖ ਪ੍ਰਾਪਤ ਹੋਣਗੇ। ਸੰਤ ਹੋ ਰਾਮ ਨਾਮ ਨਿਸਤਰੀਐ। हे ਭਾਈ ਸੰਤ ਹੋ, ਇਹ ਪਿਆਰ ਦੇ ਸ਼ਬਦ ਬੋਲਦੇ ਨੇ ਗੁਰੂ ਜੀ ਸਾਨੂੰ, ਮਨੁੱਖਾਂ ਨੂੰ, ਦੁਨੀਆ ਦੇ ਲੋਕਾਂ ਨੂੰ ਪਿਆਰ ਦੇ ਸ਼ਬਦ। ਸੰਤੋ ਰਾਮ ਨਾਮ ਨਿਸਤਰੀਐ, हे ਦੁਨੀਆ ਦੇ ਲੋਕੋ ਪਰਮਾਤਮਾ ਦੇ ਨਾਮ ਨਾਲ, ਰਾਮ ਪਰਮਾਤਮਾ ਜਿਹੜਾ ਰਮਿਆ ਹੋਇਆ, ਰਾਮ ਨਾਮ, ਉਸ ਰਾਮ ਦੇ ਨਾਮ ਨਾਲ ਨਿਸਤਰੀਐ ਤੁਸੀਂ ਜ਼ਿੰਦਗੀ ਦੀ ਰਾਤ ਵਿੱਚੋਂ ਪਾਰ ਹੋ ਸਕਦੇ ਹੋ। ਇਸ ਕਰਕੇ ਉਠਤ ਬੈਠਤ ਹਰ ਹਰ ਧਿਆਈ ਹੈ, ਆਨ ਦਿਨ ਸੋ ਕਿਰਤ ਕਰੀਐ। ਇਸ ਕਰਕੇ ਉੱਠਦੇ ਵੀ ਬਹਿੰਦੇ ਵੀ ਹਰ ਹਰ ਧਿਆਈ ਹੈ, ਤੁਸੀਂ ਉਸ ਪਰਮਾਤਮਾ ਦਾ ਨਾਮ ਧਿਆਉਣਾ ਕਰੋ। ਆਨ ਦਿਨ ਸੋ ਕਿਰਤ ਕਰੀਐ, ਆਨ ਮੀਨਜ ਰਾਤ ਪਲੱਸ ਦਿਨ, ਰਾਤ ਤੇ ਦਿਨ। ਸੋ ਕਿਰਤ ਦਾ ਭਾਵ ਹੁੰਦਾ ਕਿਰਤ, ਕਾਰਜ, ਕੰਮ ਕਰਨਾ। ਕਹਿੰਦੇ ਤੁਸੀਂ ਹਰੀ ਹਰੀ ਵਾਲਾ ਕੰਮ ਕਰੋ, ਪਰਮਾਤਮਾ ਦਾ ਨਾਮ ਦਿਨ ਰਾਤ ਧਿਆਉਣਾ ਕਰੋ, ਕਿਉਂਕਿ ਪਰਮਾਤਮਾ ਹੀ ਆਨੰਦ ਮੰਗਲ ਖੁਸ਼ੀਆਂ ਦੇਣ ਵਾਲਾ ਹੈ। ਰਹਾਓ, ਠਹਿਰ ਕੇ ਫਿਰ ਅੱਗੇ ਉਚਾਰਨ ਕਰਦੇ ਹਨ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਪਰ ਇਹ ਜਿਹੜਾ ਰਾਮ ਨਾਮ ਜਪਣ ਵਾਲਾ ਰਸਤਾ ਹੈ, ਮਾਰਗ ਹੈ, ਇਹ ਸੰਤ ਕਾ ਮਾਰਗ, ਸ਼ਾਂਤੀ ਵਾਲਾ ਮਾਰਗ, ਧਰਮ ਕੀ ਪੌੜੀ, ਇਹ ਧਰਮ ਵਾਲੀ ਪੌੜੀ। ਕੋ ਵੱਡ ਭਾਗੀ ਪਾਏ, ਕੋਈ ਵੱਡੇ ਭਾਗਾਂ ਵਾਲਾ ਹੀ ਚੱਲਦਾ ਇਸ ਰਸਤੇ ਤੇ, ਕਿਉਂਕਿ ਰਸਤਾ ਬੜਾ ਕਠਿਨ ਹੈ। ਪਰਮਾਤਮਾ ਦੇ ਨਾਮ ਜਪਣ ਵਾਲਾ ਮਾਰਗ ਹੈ ਜਿਹੜਾ, ਇਹ ਬੜਾ ਔਖਾ ਹੈ। ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ, ਇਹ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ, ਬਾਲ ਨਾਲੋਂ ਬਰੀਕ ਹੈ, ਇਹਦੇ ਉੱਤੇ ਚੱਲਣਾ ਬੜਾ ਔਖਾ ਹੈ, ਖਰੇ ਰਹਿਣਾ ਬੜਾ ਔਖਾ ਹੈ। ਇਸ ਕਰਕੇ ਕੋ ਵੱਡ ਭਾਗੀ ਪਾਏ, ਕੋਈ ਵੱਡੇ ਭਾਗਾਂ ਵਾਲਾ, ਜਿਹੜਾ ਬੰਦਾ ਨਾਮ ਜਪਦਾ ਜਪਦਾ ਜ਼ਿੰਦਗੀ ਬਤੀਤ ਕਰਦਾ ਹੈ, ਉਹ ਦੁਨੀਆ ਦੇ ਵਿੱਚੋਂ ਸਭ ਤੋਂ ਵੱਡੇ ਭਾਗਾਂ ਵਾਲਾ ਹੈ। ਤੇ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ, ਉਹਦੇ ਵਾਸਤੇ ਮਹਾਰਾਜ ਕਹਿੰਦੇ ਕੋਟ ਜਨਮ ਕੇ ਕਿਲ ਵਿਖ ਨਾਸੇ, ਹਾਰ ਚਰਨੀ ਚਿਤ ਲਾਏ। ਜਿਹੜਾ ਵੱਡੇ ਭਾਗਾਂ ਵਾਲਾ ਬਣ ਗਿਆ, ਮਾਰਗ ਤੇ ਚੱਲਣਾ ਸ਼ੁਰੂ ਹੋ ਗਿਆ, ਕਹਿੰਦੇ ਫਿਰ ਕੋਟ ਜਨਮ ਕੇ, ਉਸ ਬੰਦੇ ਦੇ ਕਰੋੜਾਂ ਜਨਮਾਂ ਦੇ ਕਿਲ ਵਿਖ ਨਾਸੇ, ਕਾਲੇ ਲੇਖ ਮਿਟ ਜਾਂਦੇ ਨੇ। ਜਿਹੜੀ ਮੈਲ ਲੱਗੀ ਹੋਈ ਆ ਮਲ ਨੂੰ, ਉਹ ਗੁਰੂ ਦੇ ਸ਼ਬਦ ਦੁਆਰਾ ਮੈਲ ਲੈ ਜਾਂਦੀ ਹੈ। ਹਰੀ ਹਰੀ ਜਪਦਿਆਂ, ਇਸ਼ਨਾਨ ਕਰਦਿਆਂ ਮਨ ਸਾਫ਼ ਹੋ ਜਾਂਦਾ ਹੈ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਜਦੋਂ ਮਨ ਨਿਰਮਲ ਹੋ ਜਾਂਦਾ ਹੈ, ਗੰਗਾ ਦੇ ਨੀਰ ਵਰਗਾ ਪਵਿੱਤਰ ਹੋ ਜਾਂਦਾ ਹੈ, ਫਿਰ ਮਹਾਰਾਜ ਕਹਿੰਦੇ ਪਾਸੋਂ ਲਾਗੋ ਹਰ ਫਿਰੈ। ਫਿਰ ਉਹ ਪਰਮਾਤਮਾ
ਉਹਦੇ ਮਗਰ ਮਗਰ ਲੱਗਿਆ ਫਿਰਦਾ। ਕਹਿਤ ਕਬੀਰ ਕਬੀਰ, ਇਹ ਕਬੀਰ ਜੀ ਦੇ ਵਚਨ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਜਦੋਂ ਮਨ ਸਾਫ਼ ਹੋਵੇ ਫਿਰ ਪ੍ਰਮਾਤਮਾ ਤਾਂ ਕੀ, ਪ੍ਰਮਾਤਮਾ ਦੀਆਂ ਅਦੁੱਤੀਆਂ ਸ਼ਕਤੀਆਂ ਤਾਕਤਾਂ ਰਿੱਧੀਆਂ ਸਿੱਧੀਆਂ ਵੀ ਪਿੱਛੇ ਲੱਗੀਆਂ ਫਿਰਦੀਆਂ ਨੇ। ਰਿੱਧ ਸਿੱਧ ਪਿੱਛੇ ਲੱਗੀ ਫਿਰੇ ਜੋ ਹਰ ਹਿਰਦੈ ਸਦਾ ਵਸਾਏ। ਫਿਰ ਦੁਨੀਆ ਦੇ ਸੁੱਖ ਬੰਦੇ ਦੇ ਮਗਰ ਮਗਰ ਤੇ ਬੰਦਾ ਅੱਗੇ ਅੱਗੇ ਜਾਂਦਾ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਨੀ ਚਿੱਤ ਲਾਏ। ਹਰੀ ਦੇ ਚਰਨਾਂ ਨਾਲ ਚਿੱਤ ਲਾਉਣ ਦੇ ਨਾਲ ਕਾਲੇ ਲੇਖ ਮਿਟ ਜਾਂਦੇ ਨੇ ਤੇ ਸੁੱਖਾਂ ਦਾ ਸਮਾਂ ਪ੍ਰਾਪਤ ਹੁੰਦਾ ਹੈ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੇ। ਇਸ ਕਰਕੇ हे ਭਾਈ ਉਸਤਤ ਕਰੋ, ਉਸ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰੋ, ਉਹਦੀ ਬੰਦਗੀ ਕਰੋ। ਸਦਾ ਪ੍ਰਭ ਆਪਣੇ, ਇੱਕ ਦਿਨ ਦੀ ਗੱਲ ਨਹੀਂ, ਸਦਾ ਹੀ ਹਰ ਵੇਲੇ ਉਸ ਪਰਮਾਤਮਾ ਨੂੰ ਧਿਆਉਣਾ ਕਰੋ। ਜਿਨ ਪੂਰੀ ਕਲ ਰਾਖੀ, ਜਿਹਨੇ ਕਲਯੁਗ ਦੇ ਵਿੱਚ ਤੁਹਾਡੀ ਰਾਖੀ ਕੀਤੀ ਹੈ, ਜਿਹੜਾ ਐਸ ਕਲਯੁਗ ਦੇ ਸਮੇਂ ਵਿੱਚ ਤੁਹਾਡੀ ਪਾਲਣਾ ਪੋਸ਼ਣਾ ਕਰ ਰਿਹਾ ਹੈ, ਤੁਹਾਡੀ ਰੱਖਿਆ ਕਰ ਰਿਹਾ ਹੈ, ਉਸ ਪਰਮਾਤਮਾ ਦੀ ਆਰਾਧਨਾ ਕਰੋ, ਉਹਦੀ ਵਡਿਆਈ ਉਹਦੀ ਉਸਤਤ ਕਰੋ। ਨਹੀਂ ਤਾਂ ਕਲਯੁਗ ਦਾ ਸਮਾਂ, ਇੱਥੇ ਕੋਈ ਕਿਸੇ ਦਾ ਨਹੀਂ ਬਣਦਾ। ਸਭ ਮਤਲਬ ਦੇ ਲਈ ਰਿਸ਼ਤੇ ਨਾਤੇ ਪਾਉਂਦੇ ਨੇ, ਇੱਕ ਦੂਜੇ ਦੇ ਨਾਲ ਮਿਲਾਪ ਵੀ ਕੋਈ ਕਰਦਾ ਤਾਂ ਅਗਲਾ ਕਹਿੰਦਾ ਇਹ ਬੰਦਾ ਕੰਮ ਆਉਂਦਾ ਹੈ ਕਿ ਨਹੀਂ ਆਉਂਦਾ, ਪਰਖ ਕੇ ਫੇਰ ਉਹਦੇ ਨਾਲ ਯਾਰੀ ਦੋਸਤੀ ਪਾਉਂਦੇ ਨੇ, ਨਹੀਂ ਕੋਈ ਨਹੀਂ ਕਿਸੇ ਦਾ। ਇਸ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਬਿਨਾਂ ਮਤਲਬ ਤੇ ਪੂਰੀ ਕਲ ਰਾਖੀ ਕਲਯੁਗ ਦੇ ਵਿੱਚ ਸਾਡੀ ਰੱਖਿਆ ਕਰਦਾ ਹੈ। ਸਰਬ ਜੀਆਂ ਨੂੰ ਖਾਣਾ ਦਿੰਦਾ ਹੈ, ਰਿਜ਼ਕ ਦਿੰਦਾ ਹੈ, ਸਭਨਾਂ ਨੂੰ ਸੰਭਾਲਦਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਜਿਹੜਾ ਸਭ ਨੂੰ ਨਿਸਕਾਮ ਦੇ ਰਿਹਾ ਹੈ। ਕੋਈ ਪ੍ਰਮਾਤਮਾ ਨੂੰ ਹਿੱਸਾ ਨਹੀਂ ਹੈ, ਉਹਨੇ ਕੁਝ ਲੈਣਾ ਨਹੀਂ। ਇਸ ਕਰਕੇ ਮਹਾਰਾਜ ਅਗਲੇ ਵੀ ਉਦਾਹਰਨ ਦਿੰਦੇ ਹਨ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਭਾਈ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਡਿਆਈ ਬੰਦਗੀ ਵਿੱਚ ਇੰਨੀ ਤਾਕਤ ਹੈ ਕਿ ਉਹਨੂੰ ਜੀਵ ਆ ਮਨੁੱਖ ਤਾਂ ਸੁਣਦੇ ਹੀ ਨੇ। ਮਹਾਰਾਜ ਕਹਿੰਦੇ ਜੀ, ਫਿਰ ਅੱਗੇ ਕਹਿੰਦੇ ਨੇ ਜੰਤ, ਜਿਹੜੇ ਦੁਨੀਆ ਦੇ ਜੀਵ ਜੰਤੂ ਨੇ, ਕੀੜੇ ਮਕੌੜੇ ਜੜ ਜੋਨੀ। ਮੈਂ ਕਈ ਵਾਰ ਪਹਿਲਾਂ ਵੀ ਬੇਨਤੀ ਕੀਤੀ ਆ, ਬੰਦਾ ਸੁਣੇ ਨਾ ਸੁਣੇ, ਆ ਸਪੀਕਰਾਂ ਦੇ ਰਾਹੀਂ ਜਿੱਥੋਂ ਤੱਕ ਬਾਣੀ ਜਾਂਦੀ ਹੈ ਇਹ ਕਾਇਨਾਤ ਉਸ ਧੁਰਕੀ ਬਾਣੀ ਨੂੰ ਸੁਣਦੀ ਹੈ। ਤੇ ਪਹਿਲਾਂ ਵਾਲੀਆਂ ਬਾਦਰੂਹਾਂ ਅੱਜ ਰਹੀਆਂ ਕਿਤੇ ਦੁਨੀਆ 'ਚ? ਨਹੀਂ ਰਹੀਆਂ। ਉਹਨਾਂ ਦਾ ਸਫਾਇਆ ਹੋ ਗਿਆ, ਕਿਉਂਕਿ ਬਾਣੀ ਨੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ। ਇਹ ਪਸ਼ੂਆਂ ਦੇ ਉੱਤੇ ਵੀ ਅਸਰ ਕਰਦੀ ਹੈ, ਪਸ਼ੂਆਂ ਦੇ ਉੱਤੇ ਵੀ ਅਸਰ ਕਰਦੀ ਹੈ। ਲੋਕ ਕਹਿੰਦੇ ਨੇ ਬਾਬਾ ਜੀ ਨੂੰ ਪੇੜਾ ਕਰ ਦਿਓ, ਪਾਣੀ ਕਰ ਦਿਓ, ਮੱਝ ਨਹੀਂ ਮਿਲਦੀ, ਮੱਝ ਢਿੱਲੀ ਹੈ। ਤੇ ਉੱਥੇ ਫਿਰ ਕੀ ਹੁੰਦਾ ਹੈ? ਬਾਣੀ ਦਾ ਜਾਪ ਕੀਤਾ ਜਾਂਦਾ ਹੈ, ਇਹ ਬਾਣੀ ਉੱਥੇ ਵੀ ਅਸਰ ਕਰਦੀ ਹੈ। ਇਸ ਕਰਕੇ ਇੱਥੇ ਵੀ ਮਹਾਰਾਜ ਕਹਿੰਦੇ ਜੀ ਜੰਤ ਸਭ ਭਏ ਪਵਿੱਤਰਾ, ਜਿਹੜਾ ਜਿਹੜਾ ਜੀਵ ਜੰਤੂ ਇਸ ਬਾਣੀ ਨੂੰ ਸੁਣਦਾ ਹੈ, ਭਾਵੇਂ ਉਹ ਦਰਖਤ ਹੈ, ਜੜ ਜੋਨੀ ਹੈ, ਕੋਈ ਵੀ ਹੈ, ਸਤਿਗੁਰ ਕੀ ਸੱਚ ਸਾਖੀ, ਇਹ ਪ੍ਰਮਾਤਮਾ ਦੀ ਸੱਚੀ ਸਾਖੀ ਨੂੰ ਜਿਹੜਾ ਵੀ ਸੁਣਦਾ ਹੈ ਤਾਂ ਸੱਚ ਜਾਣਿਓ ਉਸ ਜੀਵ ਦਾ ਉਧਾਰ ਹੋ ਜਾਂਦਾ ਹੈ, ਉਹਦਾ ਭਲਾ ਹੋ ਜਾਂਦਾ ਹੈ, ਉਹ ਸੰਸਾਰ ਵਿੱਚੋਂ ਜੋਨ ਕੱਟੀ ਜਾਂਦੀ ਹੈ। ਇਸ ਕਰਕੇ ਪ੍ਰਮਾਤਮਾ ਦੀ ਉਸਤਤ ਵਡਿਆਈ ਵਿੱਚ ਇੰਨੀ ਪਾਵਰ ਹੈ। ਤੇ ਗੁਰੂ ਜੀ ਕਹਿੰਦੇ ਭਾਈ ਉਸ ਪ੍ਰਮਾਤਮਾ ਦੀ ਉਸਤਤ ਵਡਿਆਈ ਕਥਨ ਕਰੋ। ਬੇਗਨ ਬਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਉਣ ਦੇ ਨਾਲ ਬਿਗਨ ਬਿਨਾਸ਼ਨ, ਸਾਰੇ ਬਿਗਨਾਂ ਦਾ ਭਾਵ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਕਈ ਵਾਰੀ ਆਪਾਂ ਕਹਿੰਦਾ ਕੰਮ ਤਾਂ ਮੇਰਾ ਬਣ ਗਿਆ ਸੀ, ਬਸ ਬਣਦਾ ਬਣਦਾ ਰਹਿ ਗਿਆ, ਇੱਕ ਬੰਦੇ ਨੇ ਇਉਂ ਕਰ ਦਿੱਤਾ, ਭਾਵ ਬਿਗਨ ਪੈ ਗਿਆ, ਕੰਮ ਅੜ ਗਿਆ। ਫਿਰ ਮਹਾਰਾਜ ਕਹਿੰਦੇ ਬਿਗਨ ਬਿਨਾਸ਼ਨ, ਜੇ ਤੂੰ ਭਾਈ ਨਾਮ ਜਪ ਕੇ ਜਾਏਗਾ। ਫਿਰ ਅੱਗੇ ਲਿਖਦੇ ਨੇ ਸਭ ਦੁੱਖ ਨਾਸਨ, ਫਿਰ ਤੇਰੇ ਜਿੰਨੇ ਵੀ ਦੁੱਖ ਨੇ ਉਹ ਨਸ ਜਾਣਗੇ, ਉਹਨਾਂ ਦਾ ਵੀ ਖਾਤਮਾ ਹੋ ਜਾਣਾ, ਉਹ ਵੀ ਤੇਰੇ ਨੇੜੇ ਨਹੀਂ ਆਉਣਗੇ। ਆਉਣ ਵਾਲੇ ਸਮੇਂ ਦੇ ਵਿਘਨ ਔਰ ਲੱਗੇ ਹੋਏ ਦੁੱਖ, ਇਹਨਾਂ ਦਾ ਨਾਸ ਹੋ ਜਾਵੇਗਾ। ਕਿਵੇਂ? ਸਤਿਗੁਰ ਨਾਮ ਦ੍ਰਿੜਾਇਆ, ਤੂੰ ਰੱਬ ਦਾ ਨਾਮ ਦ੍ਰਿੜਾਉਣਾ ਕਰ, ਭਾਵ ਜਪਣਾ ਕਰ। ਰੱਬ ਦਾ ਨਾਮ ਧਿਆਏਗਾ, ਰੱਬ ਦਾ ਨਾਮ ਦ੍ਰਿੜਾਏਗਾ, ਰੱਬ ਦਾ ਨਾਮ ਜਪੇਗਾ, ਤੇਰੇ ਵਿਘਨਾਂ ਦਾ ਨਾਸ ਹੋ ਜਾਣਾ ਤੇ ਦੁੱਖਾਂ ਦਾ ਨਾਸ ਹੋ ਜਾਣਾ। ਭਾਵ ਕੁੱਲ ਮਿਲਾ ਕੇ ਤੇਰਾ ਫਾਇਦਾ ਹੀ ਫਾਇਦਾ ਹੋਣਾ, ਨੁਕਸਾਨ ਕੋਈ ਵੀ ਨਹੀਂ ਹੋਣਾ। ਮੈਂ ਕੱਲ ਬੱਗੂ ਵਾਲੀ ਗਿਆ ਸੀ, ਉੱਥੇ ਵੀ ਇਹ ਬੇਨਤੀ ਕੀਤੀ
एक दिन इत्थे भी पहला बेनती की सी भी अमेरिका के लोग नासा कंपनी गुरु ग्रंथ साहिब महाराज की इन्नी इज्जत करती है ते ओ लोग अपने देश नूं अगे लै गए, बुलंदियां ते लै गए। असी लोगों ने गुरु ग्रंथ साहिब महाराज की बाणी नूं समझना छड्ड दिता ते साडे विच गिरावट आ गई। जेड़े इस बाणी नूं समझ गए वो इस बाणी का लाहा लै गए, वो देश भी तरक्कियां कर गए ते लोग भी तरक्कियां कर गए। ਜਿਹੜੇ ਲੋਕਾਂ ਦੀ ਦੇਣ ਸੀ, ਜਿੱਥੇ ਗੁਰਪੀਰਾਂ ਨੇ ਜਨਮ ਲਿਆ, ਜਿੱਥੇ ਇਸ ਬਾਣੀ ਨੂੰ ਗੁਰਤਾ ਗੱਦੀਆਂ ਦਿੱਤੀਆਂ ਗਈਆਂ, ਉਹ ਲੋਕਾਂ ਨੇ ਬਾਣੀ ਨੂੰ ਐਵੇਂ ਸਮਝ ਲਿਆ। ਇੱਕ ਗੱਲ ਹੋਰ ਇੱਥੇ ਸਮਝਣ ਵਾਸਤੇ ਤੁਹਾਨੂੰ ਸ਼ੇਅਰ ਕਰਾਂ, ਹਵਾਲਾ ਲਵਾਂ। ਹੁਣ ਮੰਨ ਲਓ ਜਿਹੜੇ ਬੰਦੇ ਕੋਲੇ ਗੱਡੀ ਹੈ ਨਹੀਂ ਨਾ, ਉਹ ਤਰਸਦਾ ਹੈ। ਜਿਹਦੇ ਕੋਲੇ ਜ਼ਮੀਨ ਹੈ ਨਹੀਂ ਉਹ ਤਰਸਦਾ ਵੀ ਮੇਰੇ ਕੋਲ ਜੇ ਕਿੱਲਾ ਹੀ ਹੋਵੇ ਨਾ ਮੈਂ ਕੁਝ ਕਰ ਜਾਵਾਂ। ਤੇ ਜਿਹਦੇ ਕੋਲੇ ਹੈਗੀ ਆ ਉਹਨੂੰ ਕਿੱਲੇ ਦੀ ਵੀ, ਉਹਨੂੰ 50 ਕਿੱਲਿਆਂ ਦੀ ਵੀ ਕਦਰ ਨਹੀਂ। ਉਹ ਕਹਿੰਦਾ ਤਾਂ ਗੱਲ ਹੀ ਕੁਛ ਨਹੀਂ, ਉਹ ਕਹਿੰਦਾ ਗੱਲ ਹੀ ਕੁਛ ਨਹੀਂ, ਉਹਦੇ ਲਈ ਉਹ ਕੋਈ ਵੱਡੀ ਗੱਲ ਨਹੀਂ। ਉਹਦੇ ਘਰੇ ਗੱਡੀਆਂ ਧੋਣ ਵਾਲੀਆਂ ਖੜੀਆਂ ਨੇ, ਮਿੱਟੀ ਜੰਮੀ ਰਹਿੰਦੀ ਹੈ। ਤੇ ਜਿਹਦੇ ਕੋਲੇ ਹੈ ਨਹੀਂ ਉਹ ਤਰਸਦਾ ਵੀ ਜੇ ਮੇਰੇ ਕੋਲੇ ਹੋਵੇ ਤਾਂ ਮੈਂ ਸਾਫ਼ ਕਰ ਕਰਕੇ ਸਾਂਭ ਸਾਂਭ ਕੇ ਰੱਖਾਂ। ਜਿਹਦੇ ਕੋਲੇ ਹੈ ਉਹਨੂੰ ਕਦਰ ਕੋਈ ਨਹੀਂ। ਬਸ ਫਰਕ ਇੰਨਾ ਹੈ ਕਿ ਇਹ ਹਵਾਲਾ ਹੈ, ਸਮਝਣ ਵਾਸਤੇ ਗੱਲ ਕੀਤੀ ਹੈ। ਜਿਹੜੇ ਲੋਕਾਂ ਕੋਲੇ ਮਾਰਗਦਰਸ਼ਕ ਹੈ ਨਹੀਂ ਸੀ ਉਹ ਤਰਸਦੇ ਸੀ, और साडे कोले गुरबाणी तुरकी बाणी सी, सानू कदरी कोई नहीं रही। साडे धरती ते हिंदुस्तान विच गुरपीरां ने जन्म लिया, सानू कदरी कोई नहीं, असी बेकदरी कर दिती। ते जिन्हां दे कोले है नहीं सी, तरसदे सी, वो लोग गुरु ग्रंथ साहिब महाराज दा अंग्रेज लोग लै गए, अंग्रेजी विच ट्रांसलेशन करके गुरु ग्रंथ साहिब महाराज दी बाणी पढ़ के सिक्ख्या लैके वो चंद्रमा ते जाके मकान बनाई जा रहे हैं। देखो वो इत्थों तक बुलंदियां ते पहुंच गए। इस करके अपनी गुरबाणी नूं समझिए, अपने गुरु दा आदर मान, अपने बुजुर्गी नूं सांभीए, इन्हां दी गल सुनिए ते साडा भला हो सकदा है, साडा फायदा हो सकदा है। मैं कल बेनती कर लग्या सी, उत्थे बेनती करके आया सी भी कोई समय है जदों साडे बुजुर्ग खेती वड्ढणी ना, झोना भी वड्ढना, वो तां भी गुरुद्वारे साहब अरदास कराउंदे, देग कराउंदे। ते जदों फसल बीजणी उदण भी उन्होंने अरदास कराउणी जी असी अज फसल बीजनी शुरू करनी है, अरदास करियो परमात्मा भला करे, फसल विच वाधा होवे। जदों गुरु नूं अगे रख के चलांगे फिर महाराज कहंदे बिघन विनाशन सब दुख नासन। उदों फिर तेरे दुखों का भी नाश होवेगा, बिघनां का भी नाश होवेगा, जदों तो गुरु तो आग्या लैके गुरु अगे अरदास करके काम शुरू करेगा। मकान पाउण लगे तां कहना जी न्यौ रखनी है, भाई जी नूं बुला लीए, पर जो फसल बीजनी है, बोर लाउणा है, होर काम घर दे करने ने, उदों नहीं गुरु नूं याद आउंदा। उदों बंदा कहंदा ना ना 25 लाख मैं ला के मुंडा कुड़ी बाहर भेजिआ। नहीं भाई, जे गुरु ना चाहुंदा तां तेरे विच इह पावर ही नहीं सी हो सकदी भी तूं भेज सकदा। इस करके गुरु नूं मोहरी बनाइए। जेड़े जेड़े लोग बनाउंदे ने, मैं पिछे सनियाणे कुलाना मंडी रह के आया, ये गल्लां तां कह रिहा, उत्थों दे हालात ते इत्थों दे हालात देखो की ने। वो लोगों में इन्नी ज्यादा सरद है कि एक एक कला कला घर ना एक महीने दे विच 7-7 वारी अरदास कराउंदा है। एक घर महीने विचों दी 7-7 वारी इहो जे लोग ने। ते उन्हां दे घर देखो, कारां देखो, जायदादां देखो, कित्थे वड्डे वड्डे फैक्ट्रियां लाइयां ने, 4-4 फैक्ट्रियां दे मालक ने वो लोग। ये एवें नहीं बने। मैं कई बार ये गल्लां नूं बोलदा हुंदा, महाराज कहंदे जो मंदिर को थामै थम्मण त्यों गुर का शब्द मने अथम्मण। एक दिन बादल की गल कीती सी, ਵੱਡੇ ਵੱਡੇ ਅਡੱਬਰ ਐਵੇਂ ਨਹੀਂ ਖੜੇ ਹੁੰਦੇ, ਉਹਨਾਂ ਦੇ ਮਗਰ ਕੋਈ ਤਾਕਤ, ਕੋਈ ਸ਼ਕਤੀ ਖੜੀ ਹੈ। ਉਹ ਸ਼ਕਤੀ ਹੈ ਪਰਮਾਤਮਾ ਦੀ ਬਾਣੀ, ਪਰਮਾਤਮਾ ਦਾ ਨਾਮ। ਜਿਹੜੇ ਲੋਕ ਇਹਨੂੰ ਮੋਹਰੀ ਬਣਾ ਕੇ ਚੱਲਦੇ ਨੇ ਉਹਨਾਂ ਦੇ ਹਰ ਕੰਮ ਵਿੱਚ ਸਫਲਤਾ ਹੁੰਦੀ ਹੈ। ਕੰਮ ਕਿਹੜੇ ਤਰੀਕੇ ਨਾਲ ਕਰਦੇ ਆ ਉਹ ਬਾਅਦ ਦੀ ਗੱਲ ਹੈ, ਕਿਉਂਕਿ ਤਰੀਕੇ ਅਨੇਕਾਂ ਨੇ। ਮੰਨ ਲਓ ਇੱਥੇ ਫਤਿਆਬਾਦ ਜਾਣਾ ਹੈ, ਕੋਈ ਇੱਧਰ ਦੀ ਜਾਂਦਾ, ਕੋਈ ਇੱਧਰ ਦੀ ਜਾਂਦਾ, ਕੋਈ ਰਤੀਆ ਸਾਈਡ ਘੁੰਮ ਕੇ ਜਾਣ ਦੇ ਰਸਤੇ ਅਲੱਗ ਹੋ ਸਕਦੇ ਨੇ, ਕੰਮ ਕਰਨ ਦੇ ਤਰੀਕੇ ਅਲੱਗ ਹੋ ਸਕਦੇ ਨੇ, पर कम तुहाडा सफल जरूर होवेगा, बिघन नहीं कोई लगेगा। इस करके महाराज कहंदे बिघन विनाशन सब दुख नाशन, सतगुर नाम दृढ़ाया भाई। जदों रब दा नाम ते आके जाएगा तेरे सारे दुख ते बिघन दूर हो जाणगे। आखिरी पंक्ति, खोए पाप भये सब पावन, जन नानक सुख घर आया। कहन लगे खोए पाप, ऐ बंदा जदों रब नूं ध्यावेगा, रब नूं चेते करेगा, फिर तेरे पापां ने गवाच जाना, पाप दूर हो जाने। पाप किहड़े ने जी? पाप सब तो बड़ा मनुख दा इह है भी जदों इहने जन्म लै लिया
रब नूं भुल गया। सब तो वड्डा पाप ये कर रहा मनुख, जिहड़ा आचल चेत है, जिहड़ा चेते भी नहीं मनुख दे। महाराज ने लिखा ना, लिव सुड़की लगी तृष्णा माया मर वरताया। जदों दुनिया में आया ते रब नालों लिव टुट गई। कि वीर जब हम आए जग में जग हसै हम रोए। कहते जग हसदा सी पुत होया, पर मैं रोया। क्यों रोया? क्योंकि परमात्मा नालों लिव टुट गई मेरी, परमात्मा तो दूर हो गया, उस वेले मैं रोया। इस करके बच्चे रोंदे हुंदे ने जदों जन्म लैंदे ने। रोण दा सब तो वड्डा रीजन ये हुंदा है कि परमात्मा नालों लिव टुट जाती है। मां दे पेट विच पुट्ठा लटका हुंदा है, औखा बड़ा हुंदा है, पर जिहड़ा प्यार हुंदा है वो रब नाल हुंदा है ते दुख महसूस नहीं हुंदा। जदों बाहर आउंदा है, जन्म लैंदा है, लिव टुट जाती है, शरीर तां सिद्धा हो जाता पैरां सिर, पर फिर दुखी होना शुरू हो जाता है, क्योंकि रब दा प्यार टुट जाता है। जिहड़ी डाली जिहड़ी डाहनी दरख्त नालों टुट जावे वो सुक जाया करती है, वो हरी भरी कदे नहीं रह सकती, वो फल ते फुल कदे नहीं दे सकती। इस करके गुरु नाल जुड़िए। महाराज कहते जेड़े जेड़े लोग गुरु नाल जुड़ते ने, खोए पाप, जेड़ा पाप असी आचल चेत कर रहे हैं रब नूं भुल्लण वाला, वो पाप तेरा गवाच जाएगा, दूर हो जाएगा। और भये सब पावन, फिर तू पवित्र हो जाएगा। जदों रब दा नाम ते आएगा, पावन दा भाव हुंदा पवित्र हो जाना। आ जेड़ी देही इहो तन गंदगी की कोठड़ी, ये गंदगी दी कोठड़ी नाम जपण दे नाल पवित्र हो जाएगी। जन नानक सुख घर आया, फिर सुखां दे घर विच भाव परमात्मा दे घर विच आ जाएगा। जेड़ी सेज ते परमात्मा बैठा है ओदे नजदीक हो जाएगा, ते फिर हर वेले सुख ही सुख प्राप्त होणगे। आओ गुरु साहब जी दे शब्दां तो हुक्मां तो सिक्ख्या लैके जीवन विच ढालण दा यतन करिए, जाच ते चलण दा यतन करिए। कोई पता नहीं किहड़े वेले गुरु जी दे शब्द दे द्वारा साडा मन परमात्मा दे नाल रंगिया जाना है, परमात्मा दे नाल जुड़ जाना है। की पता कदों गल बन जाए। इस करके रोज वांग बेनती करना हुंदा भी नाम जपो, संगत विच आओ, गुरुद्वारा साहब आया करो, ताकि साडा कुछ फायदा हो जाए। ਇੰਨੀਆਂ ਇੰਨੀਆਂ ਉਮਰਾਂ ਲੰਘ ਗਈਆਂ, ਸਾਰੀ ਜ਼ਿੰਦਗੀ ਤੁਸੀਂ ਕੰਮ ਹੀ ਕੀਤਾ, ਮੈਂ ਵੀ ਕੰਮ ਹੀ ਕਰਦਾ ਆ ਰਿਹਾ। ਸੋਚੋ ਬਣਿਆ ਕੀ ਆ ਹੁਣ ਤੱਕ? ਬਸ ਧੰਦ ਪਿੜਦੇ ਫਿਰਦੇ ਆ, ਰੋਟੀ ਪਾਣੀ ਚੱਲੀ ਜਾਂਦਾ ਹੈ। ਪੈਸਾ ਹੀ ਜ਼ਿੰਦਗੀ ਨਹੀਂ, ਕੰਮ ਹੀ ਜ਼ਿੰਦਗੀ ਨਹੀਂ, ਸੰਸਾਰ ਹੀ ਜ਼ਿੰਦਗੀ ਨਹੀਂ। ਅਸਲ ਜ਼ਿੰਦਗੀ ਤਾਂ ਨੇਕੀ ਹੈ, शुभ कर्म ने। जदों शुभ कर्म करांगे, फिर इन्हां कर्मां नूं साडे शरीर दे मरण तो बाद भी चेते कीता जावेगा। नहीं तो फिर महाराज कहते कहां ते आया कह गया कह जाए समाया, किसी ने चेते भी नहीं करना। तीजी पीढ़ी भुल जाया करदे भी साडे दादे दा नां की सी, परदादा कौन सी, किसी नूं कोई पता नहीं। बस इस करके मैं बेनती करना, सतगुर दे दर आके शब्द सरवण करो, बाणी पढ़ो सुनो, ताकि साडा जीवन साडा समा लेखे विच एक बार आखर तो फिर अज गुरु ग्रंथ साहिब महाराज जी दे गुरता गद्दी दिवस ते गुरु जी नूं संगत नूं लख लख बधाई होवे। ये बेनतियां प्रवान करनियां होइयां भुल्लां गुरु साहब संगत बख्श जोग ने बख्शना। शुद्धता दी अरदास सारे रल के सतगुर दे चरणां विच करने आ। दिओ सीस संगत दे बच्चे नूं कथा कीर्तन करन दी जाच आ जाए। इहो लोक सुखीए परलोक सहेले, नानक हर प्रभ आपे मिले। सलोक पावन गुरु पाणी पिता माता दिवस रात दुए दाई दाया, चंगियाइयां बुरियाइयां कर्मी आपो अपनी, जिन्नी नाम त्याया नानक ते मुख उजले, जिन्नी नाम त्याया नानक ते मुख उजले। वाहिगुरु जी का खालसा वाहिगुरु जी की फतेह। तू ठाकुर तू